Welcome to today's edition of ਸਾਂਝਾ ਪੰਜਾਬ on FN Production। ਹਰਪ੍ਰੀਤ ਸਿੰਘ ਕੂਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਸਲਾਮ। ਅਸੀਂ ਕਿਉਂਕਿ ਇੱਕ ਇਲੈਕਸ਼ਨ ਦੇ ਦੌਰਾਨ ਦੇ ਵਿੱਚੋਂ ਅਜੇ ਗੁਜ਼ਰ ਰਹੇ ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਕਈ ਬੰਦੇ ਬੈਠ ਕੇ ਨਾ ਸਿਰ ਜ਼ਰੂਰ ਖੁਰਕਦੇ ਹੋਣਗੇ ਪਈ ਵਾਟ ਦ ਹੈਲ ਇਜ਼ ਗੋਇੰਗ ਔਨ। ਪਰ ਕਿਉਂਕਿ ਅਮਰੀਕਨ ਜਿਹੜੀ ਇਲੈਕਸ਼ਨ ਪ੍ਰੋਸੈਸ ਹੈ ਇਟ ਇਜ਼ ਮੋਰ ਕੰਪਲੀਕੇਟਡ, ਜਿਹਦੇ ਨਾਲ ਕਿ ਆਮ ਜਿਹੜੀ ਪ੍ਰੋਸੈਸ ਹੈਗੀ ਆ, ਸਾਡੇ ਹੋਰ ਤਰ੍ਹਾਂ ਦੀ ਪ੍ਰੋਸੈਸ ਆ, ਅਮਰੀਕਾ ਦੀ ਹੋਰ ਤਰ੍ਹਾਂ ਦੀ ਪ੍ਰੋਸੈਸ ਹੈ। ਪਹਿਲੀ ਗੱਲ। ਦੂਜੀ ਗੱਲ ਇਹ ਆ, ਫਰੋਡ ਉੱਥੇ ਵੀ ਹੁੰਦੇ ਆ, ਫਰੋਡ ਇੱਥੇ ਵੀ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਇੱਥੇ ਜਿਹੜੇ ਫਰੋਡ ਆ, ਜਿਹੜੀ ਵੋਟਾਂ ਪੈਂਦੀਆਂ ਉਹਨਾਂ 'ਚ ਕੋਈ ਫਰੋਡ ਨਹੀਂ ਹੋ ਸਕਦਾ, ਕਿਉਂਕਿ ਉਹ ਇਲੈਕਸ਼ਨ ਦੀ ਪ੍ਰੋਸੈਸ ਹੈ ਜਿਹੜੀ ਉਹ ਇੰਨੀ ਸਿਕਿਉਰ ਕੀਤੀ ਹੋਈ ਇਹਨਾਂ ਨੇ। 2016 ਦੇ ਵਿੱਚ ਇਹ 'ਚ ਕੋਈ ਸ਼ੱਕ ਨਹੀਂ, ਮਿਸ ਇਨਫੋਰਮੇਸ਼ਨ ਇਨਫੋਰਮੇਸ਼ਨ ਬਹੁਤ ਸੀ। 2020 'ਚ ਵੀ ਉੱਦਾਂ ਹੀ ਆ। ਪਰ ਇਲੈਕਸ਼ਨ ਦੀਆਂ ਜਿਹੜੀਆਂ ਵੋਟਾਂ ਪਈਆਂ ਉਹਨਾਂ ਦੇ ਵਿੱਚ ਜਿਹੜਾ ਇਹ ਕਹਿਣਾ ਜੀ ਮੁਰਦਿਆਂ ਨੇ ਆ ਕੇ ਵੋਟਾਂ ਪਾਤੀਆਂ ਜੀ, ਬਾਹਰਲੀਆਂ ਸਟੇਟਾਂ 'ਚੋਂ ਆ ਕੇ ਵੋਟਾਂ ਪਾਤੀਆਂ ਜੀ, ਨੋ, ਦੇਰ ਇਜ਼ ਨਥਿੰਗ ਲਾਈਕ ਦੈਟ। ਉਹ ਸਿਰਫ ਤੇ ਸਿਰਫ ਇਹ ਆ ਕਿ ਇੱਕ ਪ੍ਰੈਜ਼ੀਡੈਂਟ ਜਿਹੜਾ ਕਿ ਆਪਣੀ ਹਾਰ ਮੰਨਣ ਤੋਂ ਮੁਨਕਰ ਆ, ਕਿਉਂਕਿ ਉਹ 20 ਜਨਵਰੀ ਤੱਕ ਪ੍ਰੈਜ਼ੀਡੈਂਟ ਰਹਿ ਸਕਦਾ, ਦੈਟਸ ਦ ਲਾਅ। ਸੋ ਉਹ ਆਪਣੀ ਗੇਮ ਖੇਡ ਰਿਹਾ, ਔਰ ਉਹ ਗੇਮ ਖੇਡਣ ਦੇ ਵਿੱਚ ਰਿਪਬਲਿਕਨ ਜਿਹੜੇ ਉਹਦਾ ਸਾਥ ਦੇ ਰਹੇ ਆ, ਉਹਨਾਂ ਦਾ ਏਮ ਹੈ ਜਿਹੜਾ ਉਹ ਇਹ ਆ ਕਿ ਇਨਕਮਿੰਗ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਬਾਈਡਨ ਦੀ, ਉਹਨੂੰ ਜਿੰਨਾ ਹੋਰ ਉਹ ਕਮਜ਼ੋਰ ਕਰ ਸਕਣ ਕਰਨ। ਲੈਟਸ ਨਾਟ ਫੋਰਗੈਟ ਕਿ ਇਲੈਕਸ਼ਨ ਤੋਂ ਪਹਿਲਾਂ ਕਈ ਕਿਆਫੇ ਲਾਈ ਜਾਂਦੇ ਸੀਗੇ ਸੀ ਜੀ, ਸੈਨੇਟ ਹੈ ਜਿਹੜੀ 55 ਤੋਂ 58 ਸੀਟਾਂ, ਈਵਨ 60 ਸੀਟਾਂ ਜਿਹੜੀਆਂ ਡੈਮੋਕ੍ਰੈਟਸ ਨੂੰ ਚੱਲ ਜਾਣਗੀਆਂ। ਇਹ ਡੈਮੋਕ੍ਰੈਟਸ ਹੈ ਜਿਹੜਾ ਹਾਊਸ ਆ ਉਹ ਵੀ ਆਪਣਾ ਐਕਸਪੈਂਡ ਕਰ ਲਊਗਾ। ਨਥਿੰਗ ਲਾਈਕ ਦੈਟ ਹੈਪਨ। ਸੀਟਾਂ ਆ ਜਿਹੜੀਆਂ ਇਸ ਵੇਲੇ 50 ਰਿਪਬਲਿਕਨਸ ਕੋਲ ਆ, 48 ਆ ਜਿਹੜੀਆਂ ਡੈਮੋਕ੍ਰੈਟਸ ਕੋਲ ਆ। 2 ਸੀਟਾਂ ਜਿਹੜੀਆਂ ਸੈਨੇਟ ਦੀਆਂ ਜਾਰਜੀਆ ਦੀਆਂ ਹੈਗੀਆਂ, ਉਹ ਦੋਨੋਂ ਰਨ ਆਫ ਹੈ। ਰਨ ਆਫ ਹੈਗੀ ਜਨਵਰੀ 6 ਨੂੰ, ਠੀਕ ਹੈ ਜੀ, ਜਨਵਰੀ 6 2021। ਹੁਣ ਸਵਾਲ ਇਸ ਚੀਜ਼ ਦਾ ਆਉਂਦਾ ਆ ਭਈ ਰਿਪਬਲਿਕਨ ਨੇ ਜਿਹੜੇ ਉਹ ਆਪਣੀ ਮੈਜੋਰਟੀ ਰੱਖਣ ਵਾਸਤੇ, ਜੋ ਕਿ ਜੇ 50 ਵੀ ਹੋ ਰਹਿੰਦੇ ਆ ਸਟਿਲ, ਕਿਉਂਕਿ ਮਿਚ ਮਕਾਨਲ ਵਾਜ਼ ਇਨ ਮੈਜੋਰਟੀ, ਸੋ ਮਿਚ ਮਕਾਨਲ ਐਕਚੁਅਲੀ ਇਜ਼ ਸਟਿਲ ਗੋਇੰਗ ਟੂ ਬੀ ਅ ਮੈਜੋਰਟੀ ਲੀਡਰ, ਭਾਵੇਂ 50-50 ਆ। ਪਰ ਜੇ ਉਹ 51 ਕਰ ਲੈਂਦੇ ਆ, ਦੈਟ ਮੇਕਸ ਹਿਜ਼ ਪੋਜੀਸ਼ਨ ਸੋਲੀਡੀਫਾਈਡ। ਜੇ 50-50 ਹੁੰਦੇ ਆ ਤਾਂ ਜਦੋਂ ਵੀ ਸੈਨੇਟ ਦੇ ਵਿੱਚ ਟਾਈ ਹੁੰਦੀ ਆ, ਵਾਈਸ ਪ੍ਰੈਜ਼ੀਡੈਂਟ ਇਜ਼ ਦਾ ਟਾਈ ਬ੍ਰੇਕਿੰਗ ਵੋਟ। ਸੋ ਦੈਟ ਇਜ਼ ਈਵਨ ਦਾ ਜੇ ਮਿਚ ਮਕਾਨਲ ਮੈਜੋਰਟੀ ਲੀਡਰ ਰਹਿੰਦਾ ਹੈਗਾ ਆ, ਪਰ ਕੁਛ ਬਜਟਸ ਜਿਹੜੇ ਹੈਗੇ ਆ ਜਾਂ ਬਿੱਲ ਪਾਸ ਹੋਣੇ ਆ ਉਹਨਾਂ ਦੇ ਉੱਤੇ ਜੇ 50 ਡੈਮੋਕ੍ਰੈਟਸ ਆ ਜਿਹੜੇ, ਲੈਟ ਅਸ ਅਜ਼ਿਊਮ ਪੇ ਜਾਰਜੀਆ ਦੋਨੋਂ ਸੀਟਾਂ ਜਿਹੜੀਆਂ ਉਹ ਡੈਮੋਕ੍ਰੈਟਸ ਲੈ ਜਾਂਦੇ ਆ, ਉਹਦੇ ਨਾਲ ਕੀ ਹੋਣਾ ਹੈਗਾ, ਉਹਦੇ ਨਾਲ ਇਹ ਹੋਣਾ ਹੈਗਾ ਆ ਕਿ ਟਾਈ ਬ੍ਰੇਕਿੰਗ ਵੋਟ ਹੈ ਜਿਹੜੀ ਉਹ ਕਮਲਾ ਹੈਰਿਸ ਨੂੰ ਪਾਉਣੀ ਪੈਣੀ ਹੈ। ਸੋ ਦੈਟ ਇਜ਼ ਵਨ ਫੈਕਟਰ। ਦੂਜਾ ਫੈਕਟਰ ਹੈ ਜਿਹੜਾ ਉਹ ਇਹ ਆ, ਆਪਾਂ ਨੂੰ ਕਈ ਚੀਜ਼ਾਂ ਜਿਹੜੀਆਂ ਨਾ ਅਸੀਂ ਵੀ ਜਸਟ ਡੋਂਟ ਲਾਈਕ ਇਟ, ਸਾਨੂੰ ਨਹੀਂ ਚੰਗੀਆਂ ਲੱਗਦੀਆਂ। ਉਹ ਜਿਹੜੇ ਰਿਪਬਲਿਕਨ ਜਿਹੜੇ ਹੈਗੇ ਆ, ਜਿਨ੍ਹਾਂ ਨੂੰ ਵਾਈਟ ਹਾਊਸ ਹੈ ਜਿਹੜਾ ਲੂਜ਼ ਉਹ ਕਰ ਗਏ ਹੈਗੇ ਆ, ਉਹ ਦੇ ਆਰ ਆਲਰੇਡੀ ਪਲੈਨਿੰਗ ਈਵਨ ਬਿਫੋਰ ਦਾ ਵੋਟਸ ਵਰ ਕਾਸਟ। ਨਵੰਬਰ 3 ਤੋਂ ਪਹਿਲਾਂ ਹੀ ਜਦ ਉਹਨਾਂ ਨੂੰ ਅਸਾਰ ਨਜ਼ਰ ਆ ਰਿਹਾ ਸੀ ਵੀ ਅਸੀਂ ਇਲੈਕਸ਼ਨ ਲੂਜ਼ ਕਰਨੀ ਆ, ਉਹ ਆਪਣੀਆਂ ਸਟ੍ਰੈਟਜੀਜ਼ ਬਣਾ ਰਹੇ ਸੀ ਕਿ ਅਸੀਂ ਜਦ 2024 ਦੀ ਇਲੈਕਸ਼ਨ ਹੋਣੀ ਆ, ਜੇ ਅਸੀਂ 2024 ਦੇ ਵਿੱਚ ਆਪਣਾ ਪ੍ਰਧਾਨ ਲਿਆਉਣਾ ਤਾਂ ਅਸੀਂ ਉਹਨੂੰ ਕਿੱਦਾਂ ਲੈ ਕੇ ਆਉਣਾ, ਉਹਲੇ ਕੀ ਕਰਨਾ। ਹਾਊਸ ਆ ਜਿਹੜਾ 2022 ਦੇ ਵਿੱਚ ਉਹਨੂੰ ਕਿੱਦਾਂ ਫਲਿੱਪ ਕਰਨਾ, ਕਿਉਂਕਿ 2020 'ਚ ਸੈਂਸਸ ਹੋਇਆ, ਰੀਡਿਸਟ੍ਰਿਕਟਿੰਗ ਹੋਣੀ ਆ, ਡਿਸਟ੍ਰਿਕਟ ਬਾਉਂਡਰੀਜ਼ ਰੀਡਰਾ ਹੋਣੀਆਂ ਆ ਸਟੇਟਸ ਦੇ ਵਿੱਚ। ਜਿਹਨਾਂ ਸਟੇਟਸ ਦੇ ਵਿੱਚ ਡੈਮੋਕ੍ਰੈਟ ਹੈ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਲਾਉਣਾ, ਜਿਹੜੇ ਰਿਪਬਲਿਕਨਸ ਹੈ ਉਹਨਾਂ ਨੇ ਆਪਣਾ ਲਾਉਣਾ ਹੈਗਾ, ਐਂਡ ਬੇਸਡ ਔਨ ਦੈਟ ਉਹਨਾਂ ਨੇ ਟੂ ਕੀਪ ਦੋਜ਼ ਸਟੇਟਸ ਵਿਦਨ ਦੇਅਰ ਓਨ ਹੈਂਡਸ, ਉਹਨਾਂ ਨੇ ਜੋ ਕੁਛ ਕਰਨਾ ਹੋਵੇ ਉਹ ਕਰ ਸਕਦੇ ਹੋਣਗੇ, ਉਹ ਕਰਨਾ ਉਹਨਾਂ ਨੇ। ਸੋ ਉਹ ਜਿਹੜੀਆਂ ਚੀਜ਼ਾਂ ਆ ਇਨ ਦਾ ਬੈਕ, ਦੋਜ਼ ਆਰ ਦਾ ਥਿੰਗਸ ਵਿਚ ਆਰ ਪਲੇਇੰਗ ਦਾ ਰੋਲ। ਜਿਹੜਾ ਸਾਨੂੰ ਲੱਗਦਾ ਜੀ ਕਿ ਜੋ ਬਾਈਡਨ ਨੂੰ ਕੰਸੀਡ ਨਹੀਂ ਕੀਤਾ, ਕੋਈ ਵੀ ਇੱਦਾਂ ਦਾ ਅਮਰੀਕਾ ਦੇ ਵਿੱਚ ਕਾਨੂੰਨ ਨਹੀਂ ਵੀ ਜਿਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਲੂਜ਼ ਕਰਦਾ ਉਹ ਕੰਸੀਡ ਕਰਦਾ। ਪਰ ਹਾਂ, ਇੱਕ ਰਵਾਇਤ ਬਣੀ ਹੋਈ ਆ, ਉਹ ਰਵਾਇਤ ਹੈ ਜਿਹੜੀ ਉਹ ਇਹ ਆ ਕਿ ਜਿਹੜਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੂਜ਼ ਕਰਦਾ ਹੈਗਾ ਆ, ਉਹ ਆਪਣਾ ਕੰਸੀਡ ਕਰਦਾ ਇਲੈਕਸ਼ਨ, ਅਤੇ ਕਹਿੰਦਾ ਵੀ ਹਾਂ ਵੀ ਮੈਂ ਹਾਰ ਗਿਆ,
ਵਧਾਈਆਂ ਦਿੰਦਾ ਦੂਜੇ ਨੂੰ, ਤਾਂ ਕਿ ਟ੍ਰਾਂਜੀਸ਼ਨ ਹੈ ਜਿਹੜੀ ਇੱਕ ਪ੍ਰੈਜ਼ੀਡੈਂਟ ਤੋਂ ਦੂਜੇ ਪ੍ਰੈਜ਼ੀਡੈਂਟ ਨੂੰ ਸਮੂਥ ਹੋ ਸਕੇ। ਹੁਣ ਟਰੰਪ ਹੈ ਜਿਹੜਾ ਫਰੋਮ ਡੇ 1 ਹੀ ਹੈਜ਼ ਬੀਨ ਡਿਸਰਪਟਰ, ਹੀ ਇਜ਼ ਨਾਟ ਏ ਰੈਗੂਲਰ ਪਰਸਨ, ਹੀ ਇਜ਼ ਟੋਟਲੀ ਇਰੈਗੂਲਰ। ਔਰ ਜੇ ਕੱਲ੍ਹ ਨੂੰ ਇਹ ਪ੍ਰੂਵ ਵੀ ਹੋ ਜਾਂਦਾ ਪਈ ਹੀ ਵਾਜ਼ ਟੋਟਲੀ ਇਨਸੇਨ, ਆਈ ਵਿਲ ਨਾਟ ਬੀ ਸਰਪ੍ਰਾਈਜ਼ਡ। ਬਟ ਐਟ ਦ ਸੇਮ ਟਾਈਮ ਇੱਕ ਬੰਦੇ ਦਾ, ਇਨਸੇਨ ਬੰਦੇ ਦਾ ਵੀ ਇਲੈਕਸ਼ਨ ਜਿੱਤ ਕੇ ਟੂ ਬਿਕਮ ਦਾ ਪ੍ਰੈਜ਼ੀਡੈਂਟ ਆਫ ਦ ਮੋਸਟ ਪਾਵਰਫੁਲ ਕੰਟਰੀ ਔਨ ਦ ਅਰਥ ਐਜ਼ ਆਫ ਟੂਡੇ, ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ। 2020 ਦੇ ਵਿੱਚ 2016 ਨਾਲੋਂ ਵੱਧ ਵੋਟਾਂ ਲੈ ਕੇ ਗਿਆ, ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਉਦੋਂ ਵੱਧ ਵੋਟਾਂ ਨਾਲ ਹਾਰਿਆ। ਹਿਲਰੀ ਕਲਿੰਟਨ ਪ੍ਰੈਜ਼ੀਡੈਂਟ ਨਹੀਂ ਸੀ ਬਣੀ, ਪਰ ਉਹ ਤਕਰੀਬਨ 3 ਮਿਲੀਅਨ ਤੋਂ ਵੱਧ ਵੋਟਾਂ ਐਕਸਟਰਾ ਲੈ ਕੇ ਗਈ ਸੀ। ਜੋ ਬਾਈਡਨ ਹੈ ਜਿਹੜਾ ਉਹ ਪ੍ਰੈਜ਼ੀਡੈਂਟ ਇਲੈਕਟ ਹੋਇਆ ਔਰ ਉਹਦੇ ਕੋਲ ਤਕਰੀਬਨ 6 ਮਿਲੀਅਨ ਵੱਧ ਵੋਟਾਂ ਆ। ਔਰ ਜਿਹੜੀ ਸਾਰਿਆਂ ਤੋਂ ਵੱਧ ਹੈਰਾਨਗੀ ਦੀ ਗੱਲ ਹੈਗੀ ਉਹ ਹੈਗੀ ਜਾਰਜੀਆ ਦੀ ਸਟੇਟ ਜਿਹੜੀ ਫਲਿੱਪ ਹੋਣੀ, ਔਰ ਜਾਰਜੀਆ ਦੇ ਵਿੱਚ ਹੀ 2 ਸੈਨੇਟਰ ਦੀਆਂ ਇਲੈਕਸ਼ਨ ਆਇਆ। ਸੋ ਵੀ ਸ਼ੁੱਡ ਨਾਟ ਫੋਰਗੇਟ ਦੈਟ ਕਿ ਰਿਪਬਲਿਕਨਸ ਦਾ ਜਿਹੜਾ ਇਸ ਵੇਲੇ ਜ਼ੋਰ ਲੱਗਣਾ ਜਾਰਜੀਆ 'ਤੇ ਲੱਗਣਾ, ਡੈਮੋਕ੍ਰੈਟਸ ਦਾ ਵੀ ਲੱਗਣਾ ਆ। ਔਰ ਉਹਦੇ ਵਿੱਚ ਸਾਰਿਆਂ ਤੋਂ ਵੱਧ ਜਿਹੜਾ ਨੁਕਸਾਨ ਹੈ ਮੇਰੇ ਹਿਸਾਬ ਨਾਲ ਡੈਮੋਕ੍ਰੈਟਸ ਨੂੰ ਹੋਇਆ, ਡੈਮੋਕ੍ਰੈਟਸ ਡੈਫੀਨਿਟਲੀ ਕੁਡ ਹੈਵ ਡਨ ਬੈਟਰ। ਉਹ ਸੀਗਾ ਸੀ ਨਾਟ ਦਾ ਬਲੈਕ ਲਾਈਵਸ ਮੈਟਰ ਬਟ ਡੀਫੰਡ ਦਾ ਪੁਲਿਸ। ਸਾਡੇ ਵੀ ਕਈ ਬੰਦੇ ਆ ਜਿਹੜੇ ਉਹ ਕਹਿੰਦੇ ਜੀ ਡੀਫੰਡ ਦਾ ਪੁਲਿਸ, ਯੈਸ ਯੈਸ ਯੈਸ, ਨੋ, we need the police. I don't agree with defunding the police. Yes, how the funds are spent, that's a different issue. ਔਰ ਇਸ ਦੇ ਨਾਲ ਹੀ ਇੱਕ ਹੋਰ ਨਾ ਬੜੀ ਇੰਟਰਸਟਿੰਗ ਜੀ ਚੀਜ਼ ਹੈ। ਅੱਜ ਮੈਂ ਆਈ ਵਾਜ਼ ਸਪੀਕਿੰਗ ਟੂ ਏ ਜੈਂਟਲਮੈਨ ਆਪਣਾ ਫਰੋਮ ਬੰਗਲਾਦੇਸ਼, ਯੰਗ ਕਿਡ, ਵੈਰੀ ਐਕਟਿਵ ਇਨ ਪੋਲੀਟਿਕਸ, ਅਤੇ ਹੈਪਨਸ ਟੂ ਬੀ ਆਪਣਾ ਮੁਸਲਮਾਨ ਫੇਥ ਦਾ। ਅਤੇ ਉਹ ਨਾਲ ਗੱਲ ਹੋਈ ਤਾਂ ਉਹ ਕਹਿੰਦਾ ਭਈ I was trying to gauge my community, ਬੰਗਲਾਦੇਸ਼ੀਆਂ ਨੂੰ। ਉਹ ਕਹਿੰਦਾ ਭਈ ਮੈਂ ਕੋਸ਼ਿਸ਼ ਕੀਤੀ to read their mind। ਕਹਿੰਦਾ 100 ਦੇ ਵਿੱਚੋਂ 40 ਬੰਗਲਾਦੇਸ਼ੀ ਆ ਜਿਹੜੇ ਉਹਨਾਂ ਨੇ ਨਿਊਯਾਰਕ ਦੇ ਵਿੱਚ ਟਰੰਪ ਨੂੰ ਵੋਟ ਪਾਈ। ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਕਿਉਂ ਪਾਈ, ਉਹ ਕਹਿੰਦੇ ਜੀ ਟਰੰਪ ਨੇ ਸਾਨੂੰ $1200 ਦਿੱਤਾ। ਜਿਹਦਾ ਮਤਲਬ ਇਹ ਆ ਵੀ ਸਾਨੂੰ ਜਿਹੜੇ ਅਸੀਂ ਨਿਊ ਇਮੀਗ੍ਰੈਂਟਸ ਆਉਂਦੇ ਆ, ਸਾਨੂੰ ਇੱਥੋਂ ਦੀ ਪ੍ਰੋਸੈਸ ਦਾ ਨਹੀਂ ਪਤਾ, ਸਾਨੂੰ ਇੱਥੋਂ ਦੀ ਇਲੈਕਟੋਰਲ ਪ੍ਰੋਸੈਸ ਦਾ ਨਹੀਂ ਪਤਾ, ਸਾਨੂੰ ਇੱਥੋਂ ਦੀ ਮੈਨੇਜਮੈਂਟ ਦਾ ਨਹੀਂ ਪਤਾ। ਉਹ ਪੈਸੇ ਆ ਜਿਹੜੇ ਉਹ ਟਰੰਪ ਨੇ ਨਹੀਂ ਸੀ ਦਿੱਤੇ। ਪੈਸੇ ਆ ਜਿਹੜਾ ਬਜਟ ਇਜ਼ ਆਲਵੇਜ਼ ਵਿਦ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ, ਨਾਟ ਈਵਨ ਦਾ ਸੈਨੇਟ। ਇਹ 'ਚ ਕੋਈ ਸ਼ੱਕ ਨਹੀਂ ਹੈ ਸੈਨੇਟ ਆਪਣਾ ਬਜਟ ਪਾਸ ਕਰਦੀ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵਸ ਆਪਣਾ ਕਰਦੇ ਆ, ਪਰ ਉਹ ਦੋਨੋਂ ਫਿਰ ਰੀਕਨਸਾਈਲ ਹੁੰਦੇ ਆ। ਪ੍ਰੈਜ਼ੀਡੈਂਟ ਇਜ਼ ਦਾ ਓਨਲੀ ਸਿਗਨੇਟਰੀ ਔਨ ਇਟ। ਔਰ ਜੇ ਤੁਹਾਨੂੰ ਪਤਾ ਹੋਵੇ ਪੈਸੇ ਤੁਹਾਡੇ ਜਾਂ ਅਕਾਊਂਟ 'ਚ ਆਏ ਆ ਜਾਂ ਤੁਹਾਨੂੰ ਚੈੱਕ ਆਇਆ, ਜਿਹੜੀ ਟਰੰਪ ਦੀ ਚਿੱਠੀ ਆਈ ਆ ਉਹ ਸੈਪਰੇਟ ਆਈ ਆ, ਉਹ ਗੌਰਮੈਂਟ ਦੇ ਖਰਚੇ ਦੇ ਉੱਤੇ ਟਰੰਪ ਨੇ ਸਾਈਨ ਕਰਕੇ ਭੇਜੀ ਆ, ਕਿਉਂਕਿ ਉਸ ਨੂੰ ਇਹ ਸੀਗਾ ਸੀ ਕਿ ਇਹ $1200 ਦੇ ਕੇ ਆ ਕੈਨ ਵਿਨ ਦੀ ਇਲੈਕਸ਼ਨ। ਔਰ ਦੂਜਾ ਜਿਹੜਾ ਪੈਕੇਜ ਹੈ ਜਿਹੜਾ ਨੈਂਸੀ ਪਲੋਸੀ ਨੇ ਹਾਊਸ ਦੇ ਵਿੱਚ ਪਾਸ ਕੀਤਾ ਸੀ ਪਰ ਸੈਨੇਟ ਨੈਵਰ ਟੁੱਕ ਇਟ, ਉਹ ਵੀ ਹੈ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਹੈ ਜਿਹੜਾ ਵਿਲਿੰਗ ਸੀ ਕਰਨ ਵਾਸਤੇ, ਪਰ ਮਿਚ ਮਕਾਨਲ ਡਿਡ ਨਾਟ ਡੂ ਗੋ ਫਾਰ ਇਟ। ਉਹਦਾ ਕਾਰਨ ਇਹ ਸੀ ਕਿਉਂਕਿ ਮਿਚ ਮਕਾਨਲ ਨੂੰ ਇਹ ਦਿਸਦਾ ਸੀ ਵੀ ਟਰੰਪ ਨੇ ਤਾਂ ਲੂਜ਼ ਕਰਨਾ ਹੀ ਕਰਨਾ, ਉਹਦੇ ਨਾਲ ਸਾਡੀਆਂ ਸੈਨੇਟ ਦੀਆਂ ਸੀਟਾਂ ਜਾ ਸਕਦੀਆਂ। ਸੋ ਇਟਸ ਏ ਵੈਰੀ ਕੰਪਲੀਕੇਟਡ ਉਸ ਬੰਦੇ ਲਈ ਜਿਹੜਾ ਬੰਦਾ ਇਸ ਚੀਜ਼ ਨੂੰ ਨਹੀਂ ਸਮਝਣਾ ਚਾਹੁੰਦਾ, ਪਰ ਜਿਹੜਾ ਬੰਦਾ ਇਸ ਚੀਜ਼ ਨੂੰ ਅੰਡਰਸਟੈਂਡ ਕਰਦਾ, ਔਰ ਜਿਹੜਾ ਵੀ ਬੰਦਾ ਇਸ ਚੀਜ਼ ਨੂੰ ਅੰਡਰਸਟੈਂਡ ਕਰਦਾ ਹੋਵੇ, ਉਸ ਬੰਦੇ ਵਾਸਤੇ ਇਸ ਚੀਜ਼ ਨੂੰ ਸਮਝਣਾ ਕੋਈ ਇੰਨੀ ਔਖੀ ਗੱਲ ਨਹੀਂ ਹੈ। ਹਾਂ, ਇੰਨਾ ਜ਼ਰੂਰ ਆ ਭਈ ਥੋੜ੍ਹੀ ਜਿਹੀ ਪ੍ਰੋਸੈਸ ਹੈ ਜਿਹੜੀ ਉਹ ਕੰਪਲੀਕੇਟਡ ਹੋਣ ਕਰਕੇ ਔਰ ਡਿਫਰੈਂਟ ਹੋਣ ਕਰਕੇ ਸਾਡੇ ਮੁਲਕਾਂ ਨਾਲੋਂ ਇਹ ਜੁਦੀ ਹੈਗੀ ਆ। ਔਰ ਜਿਹੜੀ ਵੋਟਰ ਸਪਰੈਸ਼ਨ ਆ ਉਹ ਸਾਡੇ ਉੱਥੇ ਵੀ ਹੁੰਦਾ, ਉਹ ਸਾਡੇ ਇੱਥੇ ਵੀ ਹੈਗਾ ਆ। ਔਰ ਜਿਹੜਾ ਵੋਟਰ ਸਪਰੈਸ਼ਨ ਆ ਇਸ ਮੁਲਕ ਦੇ ਵਿੱਚ ਉਹ ਕਿੱਦਾਂ ਅਤੇ ਕਿਸ ਤਰ੍ਹਾਂ ਉਹਨੂੰ ਇੰਪਲੀਮੈਂਟ ਕਰਦੇ ਆ ਜਾਂ ਕਿਸ ਤਰ੍ਹਾਂ ਉਸ ਦਾ ਉਹ ਹਥਿਆਰ ਵਰਤਦੇ, ਉਹ ਹਥਿਆਰ ਵਰਤੇ ਜਾਂਦੇ ਆ ਕਿ ਜਿਹੜੀ ਕਮਿਊਨਿਟੀ ਉਹ ਚਾਹੁੰਦੇ ਵੀ ਨਾ ਆ ਕੇ ਵੋਟਾਂ ਪਾਉਣ, ਉਹਨਾਂ ਨੂੰ ਡਿਸਕਰੇਜ ਕਰਨ ਵਾਸਤੇ ਕੀ ਹਥਿਆਰ ਵਰਤੇ ਜਾਂਦੇ ਆ, ਕੀ ਤਰੀਕੇ ਵਰਤੇ ਜਾਂਦੇ ਆ, ਉਹ ਅਸੀਂ ਅਗਲੇ ਐਪੀਸੋਡ ਦੇ ਵਿੱਚ ਡਿਸਕਸ ਕਰਾਂਗੇ। ਟਿਲ ਨੈਕਸਟ ਟਾਈਮ, ਗੁੱਡ ਨਾਈਟ ਐਂਡ ਗੁੱਡ ਲੱਕ।